ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਭਾਰਤ ਤੋਂ ਆਈ ਯਾਤਰੀਆਂ ਦੇ ਵਾਸਤੇ ਚੰਗੀ ਖਬਰ, ਭਾਰਤ ਨੇ ਖੋਲ੍ਹ ਦਿੱਤੇ ਟੂਰਿਸਟ ਵੀਜ਼ੇ। ਸਤੰਬਰ ਮਹੀਨਾ ਆਰਥਿਕਤਾ ਦੇ ਲਈ ਚੰਗਾ, ਬੇਰੁਜ਼ਗਾਰੀ ਦਰ ਆਈ ਹੇਠਾਂ। ਸਰੀ ਦੀ ਘਟਨਾ ਦੇ ਬਾਰੇ ਆਈ ਅਪਡੇਟ, ਪੰਜਾਬੀ ਦੀ ਹੋਈ ਗੋਲੀ ਲੱਗਣ ਦੇ ਕਾਰਨ ਮੌਤ। ਕੈਨੇਡਾ ਤੋਂ ਪ੍ਰਦੂਸ਼ਣ ਬਾਰੇ ਜਾਣਕਾਰੀ, ਕਈ ਲੋਕ ਰਹਿ ਰਹੇ ਹਨ ਪ੍ਰਦੂਸ਼ਣ ਵਾਲੀ ਥਾਂ ਤੇ। ICBC ਹੋਈ ਟੀਕੇ ਬਾਰੇ ਸਖਤ, ਕਰਮਚਾਰੀਆਂ ਦੇ ਲਈ ਟੀਕਾ ਲਾਜ਼ਮੀ। ਭਾਰਤ ਜਾਣ ਵਾਲੇ ਯਾਤਰੀਆਂ ਦੇ ਵਾਸਤੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਭਾਰਤ ਵੱਲੋਂ ਹੁਣ ਟੂਰਿਸਟ ਵੀਜ਼ੇ ਖੋਲੇ ਜਾ ਰਹੇ ਹਨ। ਜਾਣਕਾਰੀ ਦੇ ਮੁਤਾਬਕ ਨਵੰਬਰ ਮਹੀਨੇ ਤੋਂ ਇੱਥੇ ਅੰਤਰਰਾਸ਼ਟਰੀ ਜਿਹੜੇ ਯਾਤਰੀ ਨੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਬਾਕੀ ਇਸ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ ਕਿ ਕਿਵੇਂ ਤੇ ਕਦੋਂ ਕਿਸ ਤਰ੍ਹਾਂ ਯਾਤਰੀ ਹੁਣ ਭਾਰਤ ਦੇ ਵਿੱਚ ਦਾਖਲ ਹੋ ਸਕਦੇ ਨੇ। ਭਾਰਤ ਜਾਣ ਵਾਲੇ ਯਾਤਰੀਆਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਭਾਰਤ ਟੂਰਿਸਟ ਵੀਜ਼ਾ ਖੋਲੇ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਸਕਣ। ਹੁਣ ਭਾਰਤ ਤੋਂ ਯਾਤਰੀਆਂ ਦੇ ਵਾਸਤੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਭਾਰਤ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੋ ਪਾਬੰਦੀਆਂ ਲਗਾਈਆਂ ਗਈਆਂ, ਉਸ ਤੋਂ ਬਾਅਦ ਟੂਰਿਸਟ ਵੀਜ਼ਾ ਖੋਲੇ ਜਾ ਰਹੇ ਨੇ। ਜੀ ਹਾਂ, 18 ਮਹੀਨਿਆਂ ਤੋਂ ਬਾਅਦ ਭਾਰਤ ਵੱਲੋਂ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਬਾਰੇ ਸਾਰੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਚਾਰਟਰਡ ਫਲਾਈਟ ਦੇ ਰਾਹੀਂ ਆਉਣ ਵਾਲੇ ਯਾਤਰੀ ਅਕਤੂਬਰ 15 ਤੋਂ ਭਾਰਤ ਆ ਸਕਣਗੇ। ਇਸ ਦੇ ਨਾਲ ਹੀ ਭਾਰਤ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬਾਕੀ ਸਾਰੇ ਯਾਤਰੀਆਂ ਨੂੰ ਨਵੰਬਰ 15 ਤੋਂ ਭਾਰਤ ਵੱਲੋਂ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਭਾਰਤ ਵੱਲੋਂ 2019 ਦੇ ਦੌਰਾਨ 10.6 ਮਿਲੀਅਨ ਫੋਰਨ ਟੂਰਿਸਟ ਦਾ ਸਵਾਗਤ ਕੀਤਾ ਗਿਆ। 2018 ਦੇ ਵਿੱਚ ਫੋਰਨ ਐਕਸਚੇਂਜ ਵੱਲੋਂ ਟੂਰਿਜ਼ਮ ਦੇ ਬਿਹਾਫ ਦੇ ਉੱਪਰ 28.6 ਬਿਲੀਅਨ $US ਤੱਕ ਕਮਾਏ ਗਏ। ਉਸ ਤੋਂ ਬਾਅਦ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਭਾਰਤ ਵੱਲੋਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਸੀ। ਜਿਸ ਤਰ੍ਹਾਂ ਬਾਕੀ ਦੇਸ਼ਾਂ ਵੱਲੋਂ ਉਡਾਨਾਂ ਸੰਬੰਧੀ ਸਖਤੀ ਕੀਤੀ ਗਈ, ਇਸੇ ਦੇ ਨਾਲ ਹੀ ਭਾਰਤ ਵੱਲੋਂ ਵੀ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ। ਬਾਅਦ ਦੇ ਵਿੱਚ ਇਹਨਾਂ ਨੂੰ ਕੁਝ ਸ਼ਰਤਾਂ ਦੇ ਨਾਲ ਖੋਲ੍ਹਿਆ ਗਿਆ, ਪਰ ਭਾਰਤ ਵੱਲੋਂ ਵੀ ਲੰਬੇ ਸਮੇਂ ਤੋਂ ਟੂਰਿਸਟ ਵੀਜ਼ਾ ਬੰਦ ਕੀਤੇ ਗਏ ਸਨ, ਜਿਨ੍ਹਾਂ ਨੂੰ ਹੁਣ ਇੱਕ ਵਾਰ ਫਿਰ ਤੋਂ ਖੋਲ੍ਹਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਨੌਕਰੀਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਹੈ ਕਿ ਸਤੰਬਰ ਮਹੀਨੇ ਦੌਰਾਨ ਆਰਥਿਕਤਾ ਦੇ ਵਿੱਚ ਕਈ ਨੌਕਰੀਆਂ ਜੁੜੀਆਂ, ਜਿਸ ਦੇ ਨਾਲ ਬੇਰੁਜ਼ਗਾਰੀ ਦਰ ਵੀ ਹੇਠਾਂ ਆਈ ਹੈ। ਜੋ ਜਾਣਕਾਰੀ ਸਾਹਮਣੇ ਆਈ ਉਸ ਦੇ ਮੁਤਾਬਕ ਜੋ ਬੇਰੁਜ਼ਗਾਰੀ ਦਰ ਹੈ ਉਹ ਆਪਣੇ ਪ੍ਰੀ ਪੈਂਡੇਮਿਕ ਲੈਵਲ ਦੇ ਉੱਪਰ ਆ ਗਈ ਹੈ। ਸਤੰਬਰ ਮਹੀਨਾ ਕੈਨੇਡਾ ਦੀ ਆਰਥਿਕਤਾ ਦੇ ਵਾਸਤੇ ਕਾਫੀ ਚੰਗਾ ਸਾਬਤ ਹੋਇਆ। ਇਸ ਮਹੀਨੇ ਦੌਰਾਨ ਕੈਨੇਡਾ ਦੀ ਆਰਥਿਕਤਾ ਦੇ ਵਿੱਚ 1,57,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ। ਇਹਨਾਂ ਨਵੀਆਂ ਨੌਕਰੀਆਂ ਦੇ ਨਾਲ ਕੈਨੇਡਾ ਦੀ ਆਰਥਿਕਤਾ ਆਪਣੇ ਪ੍ਰੀ ਪੈਂਡੇਮਿਕ ਲੈਵਲ ਦੇ ਵੱਲ ਪਰਤ ਰਹੀ ਹੈ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਆਰਥਿਕਤਾ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਤੰਬਰ ਮਹੀਨੇ ਦੌਰਾਨ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਇੰਪਲੋਇਮੈਂਟ ਆਪਣੇ ਪ੍ਰੀ ਪੈਂਡੇਮਿਕ ਲੈਵਲ ਦੇ ਉੱਪਰ ਪਹੁੰਚ ਰਹੀ ਹੋਵੇ। ਜਾਣਕਾਰੀ ਦੇ ਮੁਤਾਬਕ ਇਸ ਮਹੀਨੇ ਦੌਰਾਨ 1,57,000 ਨੌਕਰੀਆਂ ਆਰਥਿਕਤਾ ਦੇ ਵਿੱਚ ਸ਼ਾਮਿਲ ਹੋਈਆਂ ਨੇ ਤੇ ਨਾਲ ਹੀ ਅਨਇੰਪਲੋਇਮੈਂਟ ਰੇਟ ਵੀ 6.9% ਦੇ ਉੱਪਰ ਆ ਗਿਆ, ਜੋ ਕਿ ਅਗਸਤ ਮਹੀਨੇ ਦੌਰਾਨ 7.1% ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਵੱਡੀ ਪੱਧਰ ਦੇ ਉੱਪਰ ਕਾਰੋਬਾਰ ਅਜਿਹੇ ਸਨ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਦੇ ਲਈ ਬੰਦ ਰੱਖਿਆ ਗਿਆ ਤੇ ਹੁਣ ਹੌਲੀ-ਹੌਲੀ ਕਰਕੇ ਜਿਵੇਂ ਪ੍ਰੋਵਿੰਸਸ ਦੇ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ, ਆਰਥਿਕਤਾ ਵੀ ਆਪਣੇ ਪਹਿਲੇ ਪੜਾਅ ਦੇ ਉੱਪਰ ਵਾਪਸ ਪਰਤਦੀ ਹੋਈ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸਦੇ ਹਾਂ ਕਿ ਸਤੰਬਰ ਮਹੀਨਾ ਆਰਥਿਕਤਾ ਦੇ ਵਾਸਤੇ ਕਿਸ ਤਰ੍ਹਾਂ ਦਾ ਸਾਬਤ ਹੋਇਆ। ਇਸ ਮਹੀਨੇ ਦੌਰਾਨ ਅਨਇੰਪਲੋਇਮੈਂਟ ਰੇਟ 6.9% ਦਰਜ ਕੀਤਾ ਗਿਆ। ਇੰਪਲੋਇਮੈਂਟ ਰੇਟ 60.9% ਦੇ ਉੱਪਰ ਪਹੁੰਚ ਗਿਆ। ਪਾਰਟਿਸਿਪੇਸ਼ਨ ਰੇਟ 65.5%। ਨੰਬਰ ਇੰਪਲੋਇਡ 14,21,800 ਰਿਹਾ। ਨੰਬਰ ਵਰਕਿੰਗ 1,91,31,200। ਯੂਥ ਜਿਨ੍ਹਾਂ ਦੀ ਉਮਰ 15 ਸਾਲ ਤੋਂ 24 ਸਾਲ ਦੇ ਵਿਚਕਾਰ ਹੈ, ਉਹਨਾਂ ਵਿੱਚ ਅਨਇੰਪਲੋਇਮੈਂਟ ਰੇਟ 11.3%। 25 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਵਿੱਚ ਅਨਇੰਪਲੋਇਮੈਂਟ ਰੇਟ 6.4%। ਔਰਤਾਂ ਦੇ ਵਿੱਚ ਅਨਇੰਪਲੋਇਮੈਂਟ ਰੇਟ 5.9% ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਪ੍ਰੋਵਿੰਸਸ ਦੇ ਜੌਬਲੈਸ ਰੇਟ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਮੁਤਾਬਕ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 13.1%, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 11.3%, ਨੋਵਾ ਸਕੋਸ਼ੀਆ ਦੇ ਵਿੱਚ 8.0%, ਨਿਊ ਬਰਨਸਵਿਕ ਦੇ ਵਿੱਚ 9.3%, ਕਿਊਬੈਕ ਦੇ ਵਿੱਚ 5.7%, ਓਨਟਾਰੀਓ ਦੇ ਵਿੱਚ 7.3%,
ਮੈਨੀਟੋਬਾ ਦੇ ਵਿੱਚ 5.6%, ਸਸਕੈਚੁਆਨ ਦੇ ਵਿੱਚ 6.3%, ਅਲਬਰਟਾ ਦੇ ਵਿੱਚ 8.1%, ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5.9% ਜੌਬਲੈਸ ਰੇਟ ਦਰਜ ਕੀਤਾ ਗਿਆ। ਹਾਲ ਹੀ ਦੇ ਵਿੱਚ ਸਰੀ ਤੋਂ ਗੋਲੀਬਾਰੀ ਦੀ ਘਟਨਾ ਜੋ ਸਾਹਮਣੇ ਆਈ ਸੀ, ਉਸ ਤੋਂ ਬਾਅਦ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ। ਇਸ ਘਟਨਾ ਦੇ ਵਿੱਚ ਜਿਸ ਨੌਜਵਾਨ ਦੀ ਮੌਤ ਹੋਈ ਹੈ, ਪੁਲਿਸ ਵੱਲੋਂ ਉਸ ਦਾ ਨਾਮ ਜਨਤਕ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਇਹ ਪੰਜਾਬੀ ਨੌਜਵਾਨ ਹੈ ਜਿਸ ਦੀ ਉਮਰ 28 ਸਾਲ ਦੇ ਕਰੀਬ ਦੱਸੀ ਗਈ। ਪਿਛਲੇ ਦਿਨੀ ਸਰੀ ਦੇ ਵਿੱਚ ਜੋ ਗੋਲੀਬਾਰੀ ਹੋਈ, ਇਸ ਦੌਰਾਨ ਜਿਸ ਨੌਜਵਾਨ ਦੀ ਮੌਤ ਹੋਈ ਹੈ, ਹੁਣ ਪੁਲਿਸ ਵੱਲੋਂ ਉਸ ਦੀ ਪਹਿਚਾਣ ਜਨਤਕ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਸਰੀ ਦੇ ਵਿੱਚ ਹੋਈ ਗੋਲੀਬਾਰੀ ਦੌਰਾਨ ਜਿਸ ਨੌਜਵਾਨ ਦੀ ਮੌਤ ਹੋਈ, ਉਸ ਦਾ ਨਾਮ ਸ਼ਰਨਵੀਰ ਸਿੰਘ ਸੋਮਲ ਹੈ। ਦਰਅਸਲ ਮੰਗਲਵਾਰ ਨੂੰ ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਹੁਣ ਪੁਲਿਸ ਵੱਲੋਂ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਉਸ ਦਾ ਨਾਮ ਸ਼ਰਨਵੀਰ ਸਿੰਘ ਸੋਮਲ ਹੈ, ਜਿਸ ਦੀ ਉਮਰ 28 ਸਾਲ ਦੇ ਕਰੀਬ ਦੱਸੀ ਗਈ। ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਇਹ ਮਾਮਲਾ ਟਾਰਗੇਟਡ ਹੈ। ਹੁਣ ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਗੈਂਗ ਹਿੰਸਾ ਦੇ ਨਾਲ ਜੁੜੀ ਹੋ ਸਕਦੀ ਹੈ। ਜਦੋਂ ਸਰੀ ਆਰਸੀਐਮਪੀ ਨੂੰ ਇੱਥੇ ਗੋਲੀਆਂ ਚੱਲਣ ਦੇ ਬਾਰੇ ਪਤਾ ਚੱਲਿਆ ਤਾਂ ਉਹ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ। ਇੱਥੇ ਇੱਕ ਵਿਅਕਤੀ ਗੋਲੀ ਲੱਗਣ ਦੇ ਕਾਰਨ ਜ਼ਖਮੀ ਹਾਲਤ ਦੇ ਵਿੱਚ ਸੀ। ਇਸ ਤੋਂ ਬਾਅਦ ਪੈਰਾਮੈਡਿਕਸ ਨੂੰ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਸੀ ਤੇ ਹੁਣ ਉਹਨਾਂ ਵੱਲੋਂ ਇਸ ਘਟਨਾ ਬਾਰੇ ਅਪਡੇਟ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਵਾਰਦਾਤ ਦੇ ਵਿੱਚ ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਹ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਹੈ, ਜਿਸ ਦੀ ਉਮਰ 28 ਸਾਲ ਦੇ ਕਰੀਬ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਟਾਰਗੇਟਡ ਹੈ ਕਿਉਂਕਿ ਇਹ ਵਾਰਦਾਤ ਰਿਹਾਇਸ਼ੀ ਇਲਾਕੇ ਦੇ ਵਿੱਚ ਹੋਈ ਹੈ। ਇਸ ਕਰਕੇ ਲੋਕਾਂ ਨੂੰ ਵੀ ਇਸ ਦੇ ਨਾਲ ਖਤਰਾ ਹੋ ਸਕਦਾ ਹੈ। ਇਹਨਾਂ ਵਿਚਾਰਾਂ ਦੀ ਸਾਂਝ ਵੀ ਆਈਹਿਟ ਵੱਲੋਂ ਹੀ ਪਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਘਟਨਾ ਤੋਂ ਕੁਝ ਸਮੇਂ ਬਾਅਦ ਜੋ ਉਹਨਾਂ ਨੂੰ ਕਾਲੇ ਰੰਗ ਦਾ ਵਾਹਨ ਮਿਲਿਆ ਸੀ, ਉਸ ਦਾ ਵੀ ਇਸ ਦੇ ਨਾਲ ਸੰਬੰਧ ਹੋ ਸਕਦਾ ਹੈ। ਹੁਣ ਹੋਮਿਸਾਈਡ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਸੰਬੰਧੀ ਵਧੇਰੇ ਜਾਣਕਾਰੀ ਹੋਵੇ ਤਾਂ ਉਹ 187755144448 ਦੇ ਉੱਪਰ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰ ਸਕਦਾ ਹੈ। ਰਿਸਰਚਰਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵੱਡੀ ਗਿਣਤੀ 'ਚ ਕੈਨੇਡੀਅਨਸ ਅਜਿਹੇ ਨੇ ਜਿਹੜੇ ਉਹਨਾਂ ਥਾਵਾਂ ਦੇ ਉੱਪਰ ਰਹਿ ਰਹੇ ਹਨ ਜੋ WHO ਦੀਆਂ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਵੀ ਪੋਲਿਊਸ਼ਨ ਦੇ ਮਾਮਲੇ ਦੇ ਵਿੱਚ ਐਕਸੀਡ ਕਰ ਗਏ ਹਨ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿੰਨੇ ਫੀਸਦੀ ਕੈਨੇਡੀਅਨਸ ਅਜਿਹੇ ਖੇਤਰਾਂ ਦੇ ਵਿੱਚ ਰਹਿ ਰਹੇ ਨੇ। ਰਿਸਰਚਰਸ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 86% ਕੈਨੇਡੀਅਨਸ ਅਜਿਹੇ ਨੇ ਜਿਹੜੇ ਉਸ ਖੇਤਰ ਦੇ ਵਿੱਚ ਰਹਿ ਰਹੇ ਹਨ ਜਿੱਥੇ WHO ਦੀ ਗਾਈਡਲਾਈਨਸ ਤੋਂ 에ਅਰ ਪੋਲਿਊਸ਼ਨ ਐਕਸੀਡ ਹੋ ਚੁੱਕਿਆ ਹੈ। ਜੀ ਹਾਂ, ਰਿਸਰਚਰਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਆਦਾਤਰ ਕੈਨੇਡੀਅਨਸ ਇਸ ਖੇਤਰ ਦੇ ਵਿੱਚ ਰਹਿ ਰਹੇ ਨੇ ਜਿੱਥੇ ਪੋਲਿਊਸ਼ਨ WHO ਦੀਆਂ ਨਵੀਆਂ ਗਾਈਡਲਾਈਨਸ ਤੋਂ ਵੀ ਜ਼ਿਆਦਾ ਉੱਚੇ ਪੱਧਰ ਦੇ ਉੱਪਰ ਪਹੁੰਚ ਚੁੱਕਿਆ ਹੈ। ਇਸ ਬਾਰੇ ਜਾਣਕਾਰੀ ਕੈਨੇਡੀਅਨ ਅਰਬਨ ਇਨਵਾਇਰਨਮੈਂਟਲ ਹੈਲਥ ਰਿਸਰਚ ਕੰਸੋਰਟੀਅਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ 56% ਲੋਕ ਉਹਨਾਂ ਖੇਤਰ ਦੇ ਵਿੱਚ ਰਹਿ ਰਹੇ ਹਨ ਜਿੱਥੇ ਨਾਈਟ੍ਰੋਜਨ ਡਾਈਆਕਸਾਈਡ ਗਾਈਡਲਾਈਨਸ ਤੋਂ ਐਕਸੀਡ ਹੋ ਚੁੱਕਿਆ ਹੈ। ਦੱਸੀਏ ਕਿ ਹੈਲਥ ਕੈਨੇਡਾ ਵੱਲੋਂ ਅੰਦਾਜ਼ਾ ਲਗਾਇਆ ਗਿਆ ਕਿ ਕੈਨੇਡਾ ਦੇ ਵਿੱਚ ਹਰ ਸਾਲ 15,300 ਮੌਤਾਂ 에ਅਰ ਪੋਲਿਊਸ਼ਨ ਦੇ ਕਾਰਨ ਹੁੰਦੀਆਂ ਨੇ। ਜੋ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਐਕਸੀਡੈਂਟ ਦੇ ਵਿੱਚ ਮਰਨ ਵਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ, ਉਹਨਾਂ ਦੇ ਨਾਲੋਂ 에ਅਰ ਪੋਲਿਊਸ਼ਨ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵੱਧ ਹੈ। ਇਸੇ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਲੰਗ ਐਸੋਸੀਏਸ਼ਨ ਵੱਲੋਂ ਵੀ ਇੱਕ ਸਟੱਡੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀਆਂ ਮਿਊਨਿਸਪੈਲਿਟੀਜ਼, ਜਿਸ ਦੇ ਵਿੱਚ ਵਿਕਟੋਰੀਆ ਅਤੇ ਜ਼ਿਆਦਾਤਰ ਲੋਅਰ ਮੇਨਲੈਂਡ ਦੇ ਖੇਤਰ ਅਜਿਹੇ ਹਨ ਜੋ ਕਿ ਲੈਵਲ ਤੋਂ ਐਕਸੀਡ ਹੋ ਚੁੱਕੇ ਨੇ। ਕੈਨੇਡਾ ਦੇ ਵਿੱਚ ਜ਼ਿਆਦਾ ਪ੍ਰਦੂਸ਼ਿਤ ਹਿੱਸਿਆਂ ਦੇ ਵਿੱਚ ਮੌਂਟਰੀਅਲ, ਕਿਬਿਕ ਸਿਟੀ ਨੂੰ ਸ਼ਾਮਲ ਕੀਤਾ ਗਿਆ। ICBC ਵੱਲੋਂ ਆਪਣੇ ਕਰਮਚਾਰੀਆਂ ਦੇ ਵਾਸਤੇ ਵੈਕਸੀਨੇਸ਼ਨ ਦੇ ਨਾਲ ਜੁੜਿਆ ਹੋਇਆ ਐਲਾਨ ਕੀਤਾ ਗਿਆ। ICBC ਦਾ ਕਹਿਣਾ ਹੈ ਕਿ ਕੰਮ ਕਰਨ ਵਾਲੇ ਵਰਕਰਸ ਅਤੇ ਕੰਟਰੈਕਟਰਸ ਦੇ ਲਈ ਜ਼ਰੂਰੀ ਹੋਵੇਗਾ ਕਿ ਉਹ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟ ਹਾਸਲ ਕਰ ਲੈਣ। ICBC ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਦੇ ਵੱਲੋਂ ਅਜਿਹਾ ਐਲਾਨ ਕੀਤਾ ਗਿਆ। ICBC ਦੇ ਵੱਲੋਂ ਕੋਵਿਡ-19 ਵੈਕਸੀਨ ਦੇ ਨਾਲ ਜੁੜਿਆ ਹੋਇਆ ਐਲਾਨ ਕੀਤਾ ਗਿਆ, ਜਿਸ ਦੇ ਮੁਤਾਬਕ ਹੁਣ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਕੋਵਿਡ-19 ਵੈਕਸੀਨ ਹਾਸਲ ਕਰਨਾ ਜ਼ਰੂਰੀ ਹੋਵੇਗਾ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਵੱਲੋਂ ਡਾਕਟਰ ਬੋਨੀ ਹੈਨਰੀ ਦੀ ਸਲਾਹ ਦੇ ਉੱਪਰ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਹੈ। ICBC ਦਾ ਕਹਿਣਾ ਹੈ ਕਿ ਉਹਨਾਂ ਦੇ ਸਟਾਫ ਅਤੇ ਕੰਟਰੈਕਟਰਸ ਦੇ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ ਕੋਵਿਡ-19 ਵੈਕਸੀਨ ਹਾਸਲ ਕਰਨ। ਜਾਣਕਾਰੀ ਦੇ ਮੁਤਾਬਕ ਸਟਾਫ ਅਤੇ ਕੰਟਰੈਕਟਰਸ ਦੇ ਵਾਸਤੇ ਫੁੱਲੀ ਵੈਕਸੀਨੇਟਡ ਹੋਣ ਦੇ ਵਾਸਤੇ ਨਵੰਬਰ 15 ਦੀ ਡੈਡਲਾਈਨ ਰੱਖੀ ਗਈ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਾਕੀ ਸਾਰੀ ਜਾਣਕਾਰੀ ਆਉਣ ਵਾਲੇ ਸਮੇਂ ਅੰਦਰ ਸਾਂਝੀ ਕੀਤੀ ਜਾਵੇਗੀ। ਇਸੇ ਦੇ ਨਾਲ ਬ੍ਰਿਟਿਸ਼ ਕੋਲੰਬੀਆ ਹਾਈਡਰੋ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਕਰਮਚਾਰੀਆਂ ਦੇ ਵਾਸਤੇ ਨਵੰਬਰ 22 ਤੋਂ ਪਹਿਲਾਂ ਕੋਵਿਡ-19 ਵੈਕਸੀਨ ਲਗਾਉਣਾ ਜ਼ਰੂਰੀ ਹੋਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਵੀ ਵੱਖ-ਵੱਖ ਥਾਵਾਂ ਦੇ ਉੱਪਰ ਕੋਵਿਡ-19 ਵੈਕਸੀਨ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਹੀ ਨਹੀਂ ਬਲਕਿ ਹੁਣ ਸਾਰੇ ਪ੍ਰੋਵਿੰਸਸ ਦੇ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਸਖਤ ਫੈਸਲਾ ਲਿਆ ਜਾ ਰਿਹਾ ਹੈ। ਇਸ ਦੇ ਚੰਗੇ ਨਤੀਜੇ ਇਹ ਵੀ ਸਾਹਮਣੇ ਆ ਰਹੇ ਨੇ ਕਿ ਜ਼ਿਆਦਾ ਲੋਕ ਹੁਣ ਕੋਵਿਡ-19 ਵੈਕਸੀਨ ਹਾਸਲ ਕਰ ਰਹੇ ਹਨ। तमाम काम वालियां थावां दे उपर कर्मचारियों की सुरक्षा नूं ध्यान विच रखदिआं भी इस तरह के कदम चुके जा रहे हैं। वैनकूवर पुलिस डिपार्टमेंट वालों जानकारी सांझी की गई है कि उन्हां वालों हॉलीवुड के सैट तो एक व्यक्ति नूं गिरफ्तार किया गया। जानकारी के मुताबक यह व्यक्ति हथ दे विच कोई तिखी चीज़ नूं फड़ के क्रू नूं दिखा रहा सी। क्रू नूं लगा कि उसके हथ दे विच चाकू है। पुलिस इस मामले की जांच करने के लिए पहुंची, जिस तो बाद उन्हां वालों इस व्यक्ति नूं गिरफ्तार किया गया। वैनकूवर पुलिस वालों हॉलीवुड फिल्म के सैट तो एक व्यक्ति नूं गिरफ्तार किया गया। वैनकूवर पुलिस का कहना है कि उन्हां वालों हॉलीवुड फिल्म के सैट के उत्तों एग्रैसिव व्यक्ति नूं अरेस्ट किया गया। जानकारी के मुताबक यह मामला डाउनटाउन वैनकूवर तो सामने आया, जिथे फिल्म सैट के उपर एक व्यक्ति वालों क्रू नूं तिखी चीज़ दिखाई जा रही सी। इन्हां क्रू मैंबरस नूं लग्या कि व्यक्ति के हथ दे विच चाकू है जो उन्हां नूं दिखाया जा रहा है। इस दे नाल ही इन्फॉर्मेशन सांझी की गई है कि शामी 7:30 बजे तो पहला ये व्यक्ति हाथ दे विच तिखी चीज़ नूं लैके ABC शो दे सैट दे उपर गया। इस दे नाल ही फिल्म क्रू वालों ऑफिसर्स नूं इस मामले संबंधी जानकारी दी गई, जिस तो बाद ऑफिसर्स इत्थे पहुंचे। इस बारे जानकारी वैनकूवर पुलिस डिपार्टमेंट वालों सांझी की गई। बाद दे विच ऑफिसर्स ने दस्सिया कि इस व्यक्ति दे हाथ दे विच एक तिखी स्टिक फड़ी हुई सी, जो कि उस वालों क्रू नूं दिखाई जा रही सी। इस दौरान ਜਿਹੜੇ विटनेस मौजूद सन उन्होंने ने जानकारी दी कि पुलिस ने इस व्यक्ति को ऑर्डर किया कि वो अपना चाकू या फिर जिहड़ी तिखी चीज़ है उसनूं हेठा रख देवे। इस विटनेस का कहना है कि व्यक्ति वालों काफ़ी अग्रैसिव मैनर दे विच बिहेव किया जा रहा सी। इसे तरह लोगों के वाल तिखी चीज़ के नाल वध रहा सी। इसके कुछ समय बाद ही पुलिस वालों इस व्यक्ति को गिरफ्तार किया गया, जिसनूं जेल दे विच तकरीबन 2 घंटे रखा गया। जानकारी के मुताबिक बाद इस व्यक्ति को रिलीज कर दिता गया। डेल्टा दे विच कोरोना वायरस के जो हालात ने उस बारे जानकारी सामने आई है, जिस दे मुताबिक पहला के मुकाबले कोरोना मामलों के विच वाधा दर्ज किया गया। इस खेतर दे विच किन्ने लोकां वालों कोविड-19 वैक्सीन हासिल की गई है, इस दे बारे भी अपडेट सामने आई है। डेल्टा दे विच पहला के मुकाबले एक्टिव केसेस की गिणती वधदी हुई दिखाई दे रही है। जानकारी के मुताबिक पिछले हफ्ते डेल्टा दे विच जिन्ने एक्टिव केसेस सन उस दे मुकाबले एक्टिव केसेस की गिणती इत्थे वध चुकी है। जी हाँ, ब्रिटिश कोलंबिया सेंटर फॉर डिजीज कंट्रोल के वालों हफ्तावारी केसेस के बारे जानकारी सांझी की गई है, जिस दे मुताबिक डेल्टा दे विच सितंबर 26 तो लैके अक्तूबर 2 तक 65 कोरोना वायरस के एक्टिव मामले दर्ज किए गए, जो कि पिछले हफ्ते के मुकाबले वध गिणती दसी जा रही है। इस दे नाल ही फ्रीजर हेल्थ रीजन के विच भी एक्टिव केसेस की गिणती अंदर वाधा दर्ज किया गया। एक हफ्ता पहला इत्थे एक्टिव केसेस की गिणती 1791 सी, जो बाद दे विच 1866 हो गई। जानकारी सांझी की गई है कि पहला के मुकाबले लैंगली दे विच 21 केसेस वधे हन, एब्सफोर्ड दे विच 40 और चलाविक दे विच 32 मामलों अंदर वाधा दर्ज किया गया। दस दईए कि यह सारी जानकारी ब्रिटिश कोलंबिया के कोविड-19 सर्वेलेंस डैशबोर्ड वालों सांझी की गई है। इस दे नाल ही डेल्टा दे वास्ते ओवरऑल टेस्ट पॉजिटिविटी रेट 3% दस्सिया गया है, जिस दे विच पिछले हफ्ते के मुकाबले कोई भी बदलाव नहीं देखा गया। नॉर्थ डेल्टा दे विच यह 2% पहला के मुकाबले घट होया है। दस दईए कि अक्तूबर 4 तक जो वैक्सीनेशन के बारे जानकारी सांझी की गई, उसके मुताबिक डेल्टा दे विच 93% आबादी वालों कोविड-19 वैक्सीन की पहली डोज हासिल की गई है, जबकि 2 डोज हासिल करने वालों की गिणती 88% दर्ज की गई। नॉर्थ डेल्टा दे विच कोविड-19 वैक्सीन हासिल करने वालों की गिणती 93%, नॉर्थ डेल्टा दे विच 87% दर्ज की गई। जिन्हां दी उम्र 18 साल या फिर इस तो वध है, उन्हां विचों 93% आबादी ने कोविड-19 वैक्सीन की एक डोज हासिल की। नॉर्थ डेल्टा दे विच एक गिणती 94% है। डैशबोर्ड के मुताबिक 12 साल तो 17 साल उम्र वाले बच्चों वालों वड्डी गिणती दे विच कोविड-19 वैक्सीन की पहली डोज हासिल की गई है। डेल्टा दे विच एक गिणती 91% दसी गई, जबकि नॉर्थ डेल्टा दे विच 90% है। थैंक्सगिविंग के त्यौहार तो पहला डॉक्टर थेरेसा टेम वालों एक खास जानकारी ते अपील की गई है।
ਡਾਕਟਰ ਟੀਮ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਥੈਂਕਸਗਿਵਿੰਗ ਦਾ ਤਿਉਹਾਰ ਆਪਣੇ ਦੋਸਤਾਂ ਦੇ ਨਾਲ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਨਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਉਹਨਾਂ ਨੂੰ ਇਹ ਜ਼ਰੂਰ ਪੁੱਛ ਲੈਣਾ ਕਿ ਉਹ ਵੈਕਸੀਨੇਟਡ ਹਨ ਜਾਂ ਫਿਰ ਨਹੀਂ। ਤੇ ਜਦੋਂ ਉਹਨਾਂ ਨੂੰ ਇਸ ਬਾਰੇ ਜਵਾਬ ਮਿਲ ਜਾਵੇ ਉਸ ਤੋਂ ਬਾਅਦ ਹੀ ਆਪਣੀ ਯੋਜਨਾ ਯਾਨੀ ਕਿ ਡਿਨਰ ਦਾ ਪਲਾਨ ਤਿਆਰ ਕੀਤਾ ਜਾਵੇ। ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੇਰੇਸਾ ਟੀਮ ਵੱਲੋਂ ਥੈਂਕਸਗਿਵਿੰਗ ਦੇ ਬਾਰੇ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਡਾਕਟਰ ਟੀਮ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਥੈਂਕਸਗਿਵਿੰਗ ਦੇ ਮੌਕੇ ਦੇ ਉੱਪਰ ਇਕੱਠ ਕਰਨਾ ਚਾਹੁੰਦੇ ਹੋ, ਆਪਣੇ ਪਰਿਵਾਰਕ ਮੈਂਬਰ ਅਤੇ ਦੋਸਤਾਂ ਨੂੰ ਸੱਦਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇਹ ਜ਼ਰੂਰ ਪੁੱਛ ਲੈਣਾ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਲੱਗੀ ਹੈ ਜਾਂ ਫਿਰ ਨਹੀਂ। ਡਾਕਟਰ ਟੀਮ ਦਾ ਕਹਿਣਾ ਹੈ ਕਿ ਉਹਨਾਂ ਦਾ ਜਵਾਬ ਹਾਸਲ ਕਰਨ ਤੋਂ ਬਾਅਦ ਹੀ ਤੁਸੀਂ ਇਹ ਯੋਜਨਾ ਬਣਾਵੋ ਕਿ ਡਿਨਰ ਕਿੱਥੇ ਕਰਨਾ ਹੈ ਤੇ ਇਸ ਦੌਰਾਨ ਕਾਫੀ ਜ਼ਿਆਦਾ ਸਾਵਧਾਨੀਆਂ ਰੱਖੀਆਂ ਜਾਣ। ਡਾਕਟਰ ਟੀਮ ਨੇ ਕਿਹਾ ਕਿ ਸਾਡੀ ਇਹੀ ਸਲਾਹ ਹੈ ਕਿ ਇੰਡੋਰ ਗੈਦਰਿੰਗ ਨੂੰ ਸੁਰੱਖਿਅਤ ਢੰਗ ਦੇ ਨਾਲ ਕੀਤਾ ਜਾਵੇ। ਇਸ ਸੰਬੰਧੀ ਜ਼ਰੂਰੀ ਹੈ ਕਿ ਆਉਣ ਵਾਲੇ ਗੈਸਟ ਨੂੰ ਪੁੱਛਿਆ ਜਾਵੇ ਕਿ ਉਹਨਾਂ ਦੇ ਕੋਵਿਡ-19 ਵੈਕਸੀਨ ਲੱਗੀ ਹੈ ਜਾਂ ਫਿਰ ਨਹੀਂ। ਡਾਕਟਰ ਟੀਮ ਦਾ ਕਹਿਣਾ ਹੈ ਕਿ ਕਈ ਵਾਰ ਇਸ ਤਰ੍ਹਾਂ ਦਾ ਸਵਾਲ ਪੁੱਛਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ, ਪਰ ਇਸ ਤਰ੍ਹਾਂ ਦਾ ਸਵਾਲ ਪੁੱਛਣਾ ਜ਼ਰੂਰੀ ਵੀ ਹੈ। ਉਹਨਾਂ ਵੱਲੋਂ ਸਲਾਹ ਦਿੱਤੀ ਗਈ ਕਿ ਇਸ ਥੈਂਕਸਗਿਵਿੰਗ ਦੇ ਮੌਕੇ ਦੇ ਉੱਪਰ ਇਕੱਠ ਨੂੰ ਛੋਟਾ ਹੀ ਰੱਖਿਆ ਜਾਵੇ ਜਾਂ ਫਿਰ ਆਊਟਡੋਰ ਇਕੱਠ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਥੈਂਕਸਗਿਵਿੰਗ ਤੋਂ ਪਹਿਲਾਂ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਥੈਂਕਸਗਿਵਿੰਗ ਦੇ ਮੌਕੇ ਦੇ ਉੱਪਰ ਸਾਵਧਾਨੀ ਦੇ ਨਾਲ ਇਕੱਠ ਕੀਤਾ ਜਾਵੇ ਤੇ ਇਸੇ ਤਰ੍ਹਾਂ ਦੀ ਅਪੀਲ ਡਾਕਟਰ ਟੀਮ ਵੱਲੋਂ ਵੀ ਕੀਤੀ ਗਈ। ਮਾਂ-ਬਾਪ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਦੇ ਸਟਾਫ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਜਾਵੇ। ਅਜਿਹੇ ਦੇ ਵਿੱਚ ਪ੍ਰੀਮੀਅਰ ਜੌਨ ਹਾਰਗਨ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪ੍ਰੀਮੀਅਰ ਦਾ ਕਹਿਣਾ ਹੈ ਕਿ ਇਹ ਫੈਸਲਾ ਬੋਰਡ ਵੱਲੋਂ ਲਿਆ ਜਾਵੇਗਾ ਕਿ ਸਟਾਫ ਦੇ ਲਈ ਕੋਵਿਡ-19 ਵੈਕਸੀਨ ਲਾਜ਼ਮੀ ਕੀਤੀ ਜਾਣੀ ਹੈ ਜਾਂ ਫਿਰ ਨਹੀਂ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਵੱਲੋਂ ਵੈਕਸੀਨੇਸ਼ਨ ਦੇ ਬਾਰੇ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੀਮੀਅਰ ਜੌਨ ਹਾਰਗਨ ਦਾ ਕਹਿਣਾ ਹੈ ਕਿ ਸਕੂਲ ਸਟਾਫ ਦੇ ਵਾਸਤੇ ਵੈਕਸੀਨੇਸ਼ਨ ਲਾਜ਼ਮੀ ਕਰਨਾ ਬੋਰਡ ਦੇ ਹੱਥ ਹੈ। ਇਹਨਾਂ ਵਿਚਾਰਾਂ ਦੀ ਸਾਂਝ ਜੌਨ ਹਾਰਗਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਈ ਗਈ। ਉਹਨਾਂ ਕਿਹਾ ਕਿ ਸਕੂਲ ਦੇ ਵਿੱਚ ਕੰਮ ਕਰਨ ਵਾਲੇ ਵਰਕਰਸ ਅਤੇ ਸਟਾਫ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਜਾਣਾ ਇਹ ਸਕੂਲ ਬੋਰਡ ਦੀ ਜ਼ਿੰਮੇਵਾਰੀ ਹੈ ਤੇ ਇਸ ਬਾਰੇ ਬੋਰਡ ਟਰਸਟੀਜ਼ ਦੇ ਵੱਲੋਂ ਫੈਸਲਾ ਲਿਆ ਜਾਣਾ ਹੈ। ਦੱਸ ਦਈਏ ਕਿ ਪੇਰੈਂਟਸ ਦੇ ਇੱਕ ਗਰੁੱਪ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਟੀਚਰਸ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਜਾਵੇ। ਇਸੇ ਦੇ ਨਾਲ ਹੀ ਨਿਊ ਵੈਸਟਮਿੰਸਟਰ ਬੋਰਡ ਦੇ ਵੱਲੋਂ ਇਹਨਾਂ ਸ਼ਾਰਟਸ ਨੂੰ ਲਾਜ਼ਮੀ ਬਣਾਉਣ ਸੰਬੰਧੀ ਸਲਾਹ ਵੀ ਮੰਗੀ ਗਈ ਹੈ। ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਮਾਂ-ਬਾਪ ਦੀ ਪਰੇਸ਼ਾਨੀ ਸਮਝਦੇ ਹਨ ਤੇ ਉਹਨਾਂ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸ ਦੇ ਨਾਲ ਹੀ ਪ੍ਰੀਮੀਅਰ ਦੇ ਵੱਲੋਂ ਵੈਕਸੀਨੇਸ਼ਨ ਕਾਰਡ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਪ੍ਰੋਵਿੰਸ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਲੋਕਾਂ ਵੱਲੋਂ ਵੈਕਸੀਨੇਸ਼ਨ ਕਾਰਡ ਨੂੰ ਡਾਊਨਲੋਡ ਕੀਤਾ ਗਿਆ। ਉਹਨਾਂ ਦੱਸਿਆ ਕਿ ਪ੍ਰੋਵਿੰਸ ਦੇ ਵਿੱਚ ਮਿਲੀਅਨਸ ਦੀ ਗਿਣਤੀ ਅਜਿਹੀ ਹੈ ਜਿਨ੍ਹਾਂ ਨੇ ਵੈਕਸੀਨੇਸ਼ਨ ਕਾਰਡ ਡਾਊਨਲੋਡ ਕੀਤਾ। ਓਨਟਾਰੀਓ ਵੱਲੋਂ ਆਪਣੇ ਪੀਐਨਪੀ ਡਰਾ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਪ੍ਰੋਵਿੰਸ ਦੇ ਵੱਲੋਂ ਜੋ ਇਹ ਡਰਾ ਕੱਢਿਆ ਗਿਆ, ਇਸ ਦੇ ਵਿੱਚ ਫ੍ਰੈਂਚ ਭਾਸ਼ਾ ਬੋਲਣ ਵਾਲੇ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਓਨਟਾਰੀਓ ਵੱਲੋਂ ਆਪਣੇ ਨਵੇਂ ਪੀਐਨਪੀ ਡਰਾ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੀ ਕਿਸਮਤ ਜਾਗੀ ਹੈ। ਓਨਟਾਰੀਓ ਵੱਲੋਂ ਆਪਣੇ ਇਸ ਡਰਾ ਦਾ ਐਲਾਨ ਅਕਤੂਬਰ 7 ਨੂੰ ਕੀਤਾ ਗਿਆ, ਜਿਸ ਦੇ ਵਿੱਚ 162 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਓਨਟਾਰੀਓ ਵੱਲੋਂ ਓਨਟਾਰੀਓਜ਼ ਐਕਸਪ੍ਰੈਸ ਐਂਟਰੀ ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟ੍ਰੀਮ ਦੇ ਅਧੀਨ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਡਰਾ ਦੇ ਵਿੱਚ ਇਨਵੀਟੇਸ਼ਨ ਹਾਸਲ ਕਰਨ ਦੇ ਵਾਸਤੇ ਉਮੀਦਵਾਰਾਂ ਦੇ ਕੋਲ 461 ਤੋਂ ਲੈ ਕੇ 467 ਤੱਕ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਹੋਣ ਦੀ ਜ਼ਰੂਰਤ ਸੀ। ਹੁਣ ਜਿਹੜੇ ਉਮੀਦਵਾਰਾਂ ਨੂੰ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਇਨਵੀਟੇਸ਼ਨ ਮਿਲੇ ਹਨ, ਉਹਨਾਂ ਕੋਲ 45 ਦਿਨਾਂ ਦਾ ਸਮਾਂ ਹੋਵੇਗਾ ਕਿ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਆਨਲਾਈਨ ਅਪਲਾਈ ਕਰ ਸਕਣ। ਜ਼ਿਕਰਯੋਗ ਹੈ ਕਿ ਓਨਟਾਰੀਓ ਵੱਲੋਂ ਜੋ ਫ੍ਰੈਂਚ ਭਾਸ਼ਾ ਦੇ ਨਾਲ ਜੁੜਿਆ ਹੋਇਆ ਇਹ ਡਰਾ ਕੱਢਿਆ ਗਿਆ, ਇਸ ਸਾਲ ਦਾ ਚੌਥਾ ਡਰਾ ਹੈ। ਹੁਣ ਤੱਕ ਇਸ ਤਰ੍ਹਾਂ ਦੇ ਡਰਾ ਦੇ ਅਧੀਨ 651 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਮੀਗ੍ਰੇਸ਼ਨ ਦਾ ਟਾਰਗੇਟ ਤੈਅ ਕੀਤਾ ਗਿਆ, ਉਸ ਨੂੰ ਪੂਰਾ ਕਰਨ ਦੇ ਵਾਸਤੇ ਉਹ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਹੇ ਨੇ। ਸਮੇਂ-ਸਮੇਂ ਦੇ ਉੱਪਰ ਕਈ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾ ਵੀ ਕੱਢੇ ਜਾ ਰਹੇ ਨੇ ਅਤੇ ਹੋਰ ਵੀ ਕੋਈ ਪ੍ਰੋਗਰਾਮ ਲਿਆਂਦੇ ਜਾ ਰਹੇ ਨੇ ਤਾਂ ਕਿ ਜ਼ਿਆਦਾ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਸਕਣ। ਅਜਿਹੇ ਦੇ ਵਿੱਚ ਪ੍ਰੋਵਿੰਸਸ ਦੇ ਵੱਲੋਂ ਵੀ ਲਗਾਤਾਰ ਪੀਐਨਪੀ ਡਰਾ ਐਲਾਨ ਕੀਤੇ ਜਾ ਰਹੇ ਹਨ। ਟੋਰਾਂਟੋ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਦੇ ਮੁਤਾਬਕ ਹੁਣ ਕਈ ਹੋਰ ਥਾਵਾਂ ਦੇ ਉੱਪਰ ਵੀ ਵੈਕਸੀਨੇਸ਼ਨ ਦਾ ਪ੍ਰੂਫ ਮੰਗਿਆ ਜਾਵੇਗਾ। ਜੋ ਇੱਥੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਦੇ ਮੁਤਾਬਕ ਇੰਡੋਰ ਸਪੋਰਟਸ ਇਵੈਂਟ ਦੇ ਵਿੱਚ ਤੁਹਾਡੇ ਕੋਲੋਂ ਹੁਣ ਵੈਕਸੀਨੇਸ਼ਨ ਦਾ ਸਬੂਤ ਮੰਗਿਆ ਜਾਵੇਗਾ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁਣ ਪ੍ਰੂਫ ਆਫ ਵੈਕਸੀਨੇਸ਼ਨ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ।
ਹੁਣ ਟੋਰਾਂਟੋ ਦੇ ਵਿੱਚ ਵੀ ਅਜਿਹਾ ਕਦਮ ਚੁੱਕਦਿਆਂ ਦੱਸਿਆ ਗਿਆ ਕਿ ਸਾਰੇ ਇੰਡੋਰ ਸਪੋਰਟਸ ਦੇ ਵਿੱਚ ਪ੍ਰੂਫ ਆਫ ਵੈਕਸੀਨੇਸ਼ਨ ਜ਼ਰੂਰੀ ਹੋਵੇਗਾ। ਟੋਰਾਂਟੋ ਦੇ ਵਿੱਚ ਜਲਦ ਹੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ ਇੰਡੋਰ ਸਪੋਰਟਸ ਦੇ ਵਿੱਚ ਤੁਹਾਡੇ ਤੋਂ ਵੈਕਸੀਨੇਸ਼ਨ ਦਾ ਸਬੂਤ ਪੁੱਛਿਆ ਜਾਵੇਗਾ। ਟੋਰਾਂਟੋ ਦੇ ਟਾਪ ਡਾਕਟਰ ਦੇ ਵੱਲੋਂ ਇਸ ਬਾਰੇ ਇੱਕ ਪੱਤਰ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਇੰਡੋਰ ਆਰਗੇਨਾਈਜ਼ਡ ਸਪੋਰਟਸ ਦੇ ਵਿੱਚ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਹੋਵੇਗਾ। ਡਾਕਟਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਣਾ ਖਾਸ ਹੈ। ਇਸ ਦੇ ਨਾਲ ਬਾਕੀਆਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਇਸ ਆਰਡਰ ਦੇ ਅਧੀਨ ਖਿਡਾਰੀ ਅਤੇ ਜਿਹੜੇ ਕੋਚਿੰਗ, ਕੇਅਰ ਗਿਵਿੰਗ, ਵੋਲੰਟਰਿੰਗ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਕ ਇਸ ਦੀ ਸ਼ੁਰੂਆਤ ਟੋਰਾਂਟੋ ਦੇ ਵਿੱਚ ਨਵੰਬਰ 1 ਤੋਂ ਕੀਤੀ ਜਾ ਸਕਦੀ ਹੈ, ਜਿਸ ਬਾਰੇ ਵਧੇਰੇ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਦੱਸੀ ਜਾਵੇਗੀ। ਦੱਸ ਦਈਏ ਕਿ ਜੋ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਟੋਰਾਂਟੋ ਦੇ ਵਿੱਚ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ, ਅਜਿਹੇ 81.6% ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕਰ ਲਏ ਗਏ ਨੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਨੇ, ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 573 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਇਹਨਾਂ 24 ਘੰਟਿਆਂ ਦੌਰਾਨ 10 ਲੋਕਾਂ ਨੇ ਇਸ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਓਨਟਾਰੀਓ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਘੱਟ ਹੋਣ ਲੱਗੀ ਹੈ। ਵੀਰਵਾਰ ਨੂੰ ਇੱਥੋਂ 587 ਕੋਰੋਨਾ ਦੇ ਮਾਮਲੇ, ਬੁੱਧਵਾਰ ਨੂੰ 476 ਅਤੇ ਮੰਗਲਵਾਰ ਨੂੰ 429 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਸਨ। ਇਹਨਾਂ 24 ਘੰਟਿਆਂ ਦੌਰਾਨ ਪ੍ਰੋਵਿੰਸ ਦੇ ਵਿੱਚ 37,000 ਟੈਸਟ ਕੀਤੇ ਗਏ। ਮਿਨਿਸਟਰੀ ਆਫ ਹੈਲਥ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੋ 24 ਘੰਟਿਆਂ ਦੌਰਾਨ ਮਾਮਲੇ ਦਰਜ ਕੀਤੇ ਗਏ, ਇਹਨਾਂ ਵਿੱਚ 381 ਅਜਿਹੇ ਸਨ ਜਿਨ੍ਹਾਂ ਨੇ ਪੂਰੀ ਤਰ੍ਹਾਂ ਕੋਵਿਡ ਡੋਜ਼ਸ ਨਹੀਂ ਲਗਾਈਆਂ। 192 ਫੁੱਲੀ ਵੈਕਸੀਨੇਟਡ ਦੱਸੇ ਗਏ। ਜਾਣਕਾਰੀ ਦੇ ਮੁਤਾਬਕ ਇੰਟੈਂਸਿਵ ਕੇਅਰ ਅਧੀਨ 154 ਮਰੀਜ਼ ਹਨ। ਇਨ੍ਹਾਂ 24 ਘੰਟਿਆਂ ਦੌਰਾਨ ਟੋਰਾਂਟੋ ਤੋਂ 104, ਪੀਲ ਤੋਂ 80, ਯਾਰਕ ਰੀਜਨ ਤੋਂ 41 ਮਾਮਲੇ ਦਰਜ ਕੀਤੇ ਗਏ। ਓਨਟਾਰੀਓ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਓਨਟਾਰੀਓ ਵਾਸੀਆਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਇਨਫੋਰਮੇਸ਼ਨ ਦੇ ਮੁਤਾਬਕ ਇੱਥੇ 87% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 82% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ। ਕਿਬੈਕ ਤੋਂ 24 ਘੰਟਿਆਂ ਦੌਰਾਨ 643 ਮਾਮਲੇ ਸਾਹਮਣੇ ਆਏ ਅਤੇ ਇਹਨਾਂ 24 ਘੰਟਿਆਂ ਦੌਰਾਨ 5 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਪ੍ਰੋਵਿੰਸ ਦੇ ਵਿੱਚ ਹੁਣ ਤੱਕ ਕੁੱਲ 4,14,573 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 11,410 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 302 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 86 ਇੰਟੈਂਸਿਵ ਕੇਅਰ ਅਧੀਨ ਹਨ। ਇਸ ਪ੍ਰੋਵਿੰਸ ਦੇ ਵਿੱਚ 99% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 85% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਸ਼ਾਟ ਹਾਸਲ ਕੀਤੀਆਂ ਗਈਆਂ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 130 ਮਾਮਲੇ ਸਾਹਮਣੇ ਆਏ ਨੇ ਅਤੇ 2 ਮੌਤਾਂ ਇਸ ਵਾਇਰਸ ਦੇ ਕਾਰਨ ਦਰਜ ਕੀਤੀਆਂ ਗਈਆਂ। ਕੈਨੇਡਾ ਤੋਂ ਹੁਣ ਤੱਕ ਕੁੱਲ 1.6 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 28,156 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 41,505 ਹੈ, ਜਿਨ੍ਹਾਂ ਵਿੱਚੋਂ 40,729 ਮਾਈਲਡ ਕੰਡੀਸ਼ਨ ਅਤੇ 776 ਸੀਰੀਅਸ ਕੰਡੀਸ਼ਨ ਦੇ ਵਿੱਚ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਰਿਕਵਰਡ ਕੇਸਿਸ ਦੀ ਗਿਣਤੀ 1.5 ਮਿਲੀਅਨ ਤੋਂ ਵੱਧ ਦੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਭਾਰਤ ਤੋਂ ਆਈ ਯਾਤਰੀਆਂ ਦੇ ਵਾਸਤੇ ਚੰਗੀ ਖਬਰ, ਭਾਰਤ ਨੇ ਖੋਲ੍ਹ ਦਿੱਤੇ ਟੂਰਿਸਟ ਵੀਜ਼ੇ। ਸਤੰਬਰ ਮਹੀਨਾ ਆਰਥਿਕਤਾ ਦੇ ਲਈ ਚੰਗਾ, ਬੇਰੁਜ਼ਗਾਰੀ ਦਰ ਆਈ ਹੇਠਾਂ। ਸਰੀ ਦੀ ਘਟਨਾ ਦੇ ਬਾਰੇ ਆਈ ਅਪਡੇਟ, ਪੰਜਾਬੀ ਦੀ ਹੋਈ ਗੋਲੀ ਲੱਗਣ ਦੇ ਕਾਰਨ ਮੌਤ। ਕੈਨੇਡਾ ਤੋਂ ਪ੍ਰਦੂਸ਼ਣ ਬਾਰੇ ਜਾਣਕਾਰੀ, ਕਈ ਲੋਕ ਰਹਿ ਰਹੇ ਹਨ ਪ੍ਰਦੂਸ਼ਣ ਵਾਲੀ ਥਾਂ ਤੇ। ICBC ਹੋਈ ਟੀਕੇ ਬਾਰੇ ਸਖਤ, ਕਰਮਚਾਰੀਆਂ ਦੇ ਲਈ ਟੀਕਾ ਲਾਜ਼ਮੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।